ਸਤਿ ਸ਼੍ਰੀ ਅਕਾਲ ਜੀ। ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ। ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣ ਤੇ ਹਰ ਹਫ਼ਤੇ ਦੀ ਤਰ੍ਹਾਂ ਹੀ ਪ੍ਰੋਗਰਾਮ ਮਨੋਰੰਜਕ ਦੁਨੀਆ ਲੈ ਕੇ ਹਾਜ਼ਰ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਇਸ ਪ੍ਰੋਗਰਾਮ ਦੇ ਤਹਿਤ ਲੰਘੇ ਹਫ਼ਤੇ ਦੇ ਵਿੱਚ ਬਾਲੀਵੁੱਡ ਤੇ ਪੋਲੀਵੁੱਡ ਦੀਆਂ ਯਾਨੀ ਕਿ ਸੰਗੀਤ ਤੇ ਫਿਲਮੀ ਖੇਤਰ ਦੀਆਂ ਕਿਹੜੀਆਂ ਅਹਿਮ ਘਟਨਾਵਾਂ ਕੀ ਕੁਝ ਅਹਿਮ ਹੋਇਆ ਉਹਦੇ ਮੁਤਲਕ ਜਾਣਕਾਰੀ ਸਾਂਝੀ ਕਰਦੇ ਹਾਂ। ਪਿਛਲੇ ਕੁਝ ਕੁ ਸਮੇਂ ਤੋਂ ਤੇ ਖਾਸ ਕਰਕੇ ਇਸ ਚਾਲੂ ਵਰ੍ਹੇ ਦੇ ਵਿੱਚ 2020 ਦੇ ਵਿੱਚ ਜਿਹਦਾ ਹੁਣ 1.5 ਮਹੀਨਾ ਬਾਕੀ ਹੈ, ਇਹਦੇ ਵਿੱਚ ਇੱਕ ਨਹੀਂ ਦੋ ਨਹੀਂ ਸਗੋਂ ਦਰਜਨ ਤੋਂ ਵੱਧ ਕਲਾਕਾਰਾਂ ਨੇ, ਭਾਵੇਂ ਉਹ ਛੋਟੇ ਕਲਾਕਾਰ ਆ ਭਾਵੇਂ ਵੱਡੇ ਕਲਾਕਾਰ ਆ, ਭਾਵੇਂ ਕਿ ਕਲਾ ਦਾ ਕੋਈ ਪੈਮਾਨਾ ਨਹੀਂ ਹੁੰਦਾ, ਕਲਾ ਦਾ ਕੋਈ ਕਦ ਨਹੀਂ ਹੁੰਦਾ, ਪਰ ਕਈ ਲੋਕ ਆਪਣੀ ਕਲਾ ਦੇ ਨਾਲ ਬਹੁਤ ਮਕਬੂਲ ਹੋ ਜਾਂਦੇ ਆ, ਕਈ ਦਰਮਿਆਨੇ ਰਹਿੰਦੇ ਆ ਤੇ ਕਈਆਂ ਨੂੰ ਮੌਕਾ ਨਹੀਂ ਮਿਲਦਾ ਗਾ, ਕਲਾਵਾਨ ਭਾਵੇਂ ਉਹ ਹੁੰਦੇ ਆ। ਬਹੁਤ ਸਾਰੇ ਕਲਾਕਾਰਾਂ ਨੇ ਇਸ ਵਰ੍ਹੇ ਦੇ ਵਿੱਚ ਖੁਦਕੁਸ਼ੀ ਕੀਤੀ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਦਾ ਮਾਮਲਾ ਹਾਲੇ ਤੱਕ ਸੁਲਝਿਆ ਨਹੀਂ। ਜਿਸ ਤਰੀਕੇ ਦੇ ਨਾਲ ਉਹਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ, ਬਾਅਦ ਦੇ ਵਿੱਚ ਕਤਲ ਦੀਆਂ ਖਬਰਾਂ ਆਈਆਂ, ਬਾਅਦ ਦੇ ਵਿੱਚ ਨਸ਼ਾ ਤਸਕਰੀ ਦੀਆਂ ਖਬਰਾਂ ਆਈਆਂ, ਬਾਅਦ ਦੇ ਵਿੱਚ ਨਸ਼ਿਆਂ ਦੀ ਆਦਤ ਦੀਆਂ ਖਬਰਾਂ ਆਈਆਂ ਲੈਣ ਦੀਆਂ, ਫਿਰ ਕੋਈ ਖਬਰ ਕਦੇ ਡਿਪਰੈਸ਼ਨ ਦੀ ਖਬਰ। ਹਾਲੇ ਤੱਕ ਇਹ ਮਾਮਲਾ ਉਲਝਿਆ ਹੋਇਆ, ਪਰ ਉਸ ਤੋਂ ਪਹਿਲਾਂ ਵੀ ਤੇ ਅੱਜ ਤੱਕ ਲਗਾਤਾਰ ਕਲਾਕਾਰਾਂ ਦੇ ਖੁਦਕੁਸ਼ੀਆਂ ਦੀਆਂ ਖਬਰਾਂ ਦੇ ਉੱਤੇ ਰੋਕ ਨਹੀਂ ਲੱਗ ਰਹੀ। ਹੁਣ 53 ਸਾਲ ਦੇ ਇੱਕ ਮਸ਼ਹੂਰ ਅਦਾਕਾਰ, ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਨੇ ਮਕਲੌਡਗੰਜ ਦੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਆਸਿਫ ਬਸਰਾ ਹੋਰਾਂ ਨੇ। ਸ਼ਾਇਦ ਤੁਸੀਂ ਨਾਂ ਤੋਂ ਨਾ ਪਛਾਣਦੇ ਹੋਵੋ ਕਿ ਆਸਿਫ ਬਸਰਾ ਕੌਣ ਹੈ, ਪਰ ਵੱਡਾ ਕਲਾਕਾਰ ਸੀ। ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨੇ ਕਮਾਲ ਦਾ ਕੰਮ ਕੀਤਾ। ਉਹਨੇ ਕਾਈ ਪੋਚੇ ਫਿਲਮ ਦੇ ਵਿੱਚ ਕੰਮ ਕੀਤਾ, ਬਲੈਕ ਫਰਾਈਡੇ ਫਿਲਮ 'ਚ ਕੰਮ ਕੀਤਾ, ਯਾਨੀ ਕਿ ਭਾਰਤ ਦੇ ਕਹਿੰਦੇ ਕਹਾਉਂਦੇ ਨਾਮਣੇ ਵਾਲੇ ਕਲਾਕਾਰਾਂ ਦੇ ਨਾਲ ਉਹਨੇ ਵੱਡਾ ਪਰਦਾ ਸਾਂਝਾ ਕੀਤਾ। ਪਰ ਉਹਨੇ ਅਚਾਨਕ ਖੁਦਕੁਸ਼ੀ ਕਰ ਲਈ ਹੈ। ਪਤਾ ਲੱਗਾ ਕਿ ਉਹ ਇੰਗਲੈਂਡ ਦੀ ਇੱਕ ਔਰਤ ਦੇ ਨਾਲ ਆਪਣੀ ਮਿੱਤਰਤਾ ਵਾਲੇ ਸੰਬੰਧਾਂ ਦੇ ਵਿੱਚ, ਜਿਹਨੂੰ ਅਸੀਂ ਲਿਵਿੰਗ ਰਿਲੇਸ਼ਨਸ਼ਿਪ ਕਹਿੰਦੇ, ਉਹਦੇ ਵਿੱਚ ਰਹਿ ਰਿਹਾ ਸੀ। ਪਤਾ ਲੱਗਾ ਕਿ ਉਹ ਡਿਪਰੈਸ਼ਨ ਦੇ ਵਿੱਚ ਸੀ। ਪਤਾ ਲੱਗਾ ਕਿ ਉਹ ਕੁੱਤਾ ਘਮਾਉਣ ਦੇ ਲਈ ਲੈ ਕੇ ਗਿਆ ਸੀ। ਬਾਅਦ ਦੇ ਵਿੱਚ ਉਹਦੇ ਪਟੇ ਦੇ ਨਾਲ ਉਹਨੇ ਖੁਦਕੁਸ਼ੀ ਕਰ ਲਈ ਹੈ। ਕੋਈ ਇਸ ਮਾਮਲੇ ਦੇ ਉੱਤੇ ਕੀ ਸੋਚਦਾ, ਪਰ ਇਹ ਮਾਮਲਾ ਵੀ ਤਣਾਅ ਦੇ ਨਾਲ ਜੁੜਿਆ ਹੋਇਆ, ਕਹਿੰਦੇ ਕਿ ਡਿਪਰੈਸ਼ਨ ਦੇ ਨਾਲ ਜੁੜਿਆ ਹੋਇਆ। ਜਿਹੜੀ ਔਰਤ ਦੇ ਨਾਲ ਉਹ ਰਹਿ ਰਿਹਾ ਸੀ, ਆਸਿਫ ਬਸਰਾ, ਉਹਦੇ ਕੋਲੋਂ ਹੁਣ ਪੁਲਿਸ ਆ ਜਿਹੜੀ ਉਹ ਪੁੱਛ ਪੜਤਾਲ ਕਰ ਰਹੀ ਹੈ। ਪਰ ਸਵਾਲਾਂ ਦਾ ਸਵਾਲ ਇਹ ਆ ਕਿ ਬਾਲੀਵੁੱਡ ਦੇ ਅਦਾਕਾਰ ਖੁਦਕੁਸ਼ੀਆਂ ਕਿਉਂ ਕਰ ਰਹੇ ਆ? ਵੈਸੇ ਤਾਂ ਭਾਰਤ ਦੇ ਵਿੱਚ ਕਿਸਾਨ ਵੀ ਖੁਦਕੁਸ਼ੀਆਂ ਕਰ ਰਹੇ ਆ, ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਹੋਰ ਬੜੇ ਲੋਕ ਖੁਦਕੁਸ਼ੀਆਂ ਕਰ ਰਹੇ ਆ। ਕਿਸਾਨੀ ਖੁਦਕੁਸ਼ੀਆਂ ਦੀ ਸਾਨੂੰ ਇਹ ਬਾਤ ਸਮਝ ਆਉਂਦੀ ਹੈ ਕਿ ਜ਼ਮੀਨਾਂ ਸੁੰਗੜ ਰਹੀਆਂ, ਫਸਲਾਂ ਦਾ ਮੁੱਲ ਨਹੀਂ ਮਿਲਦਾ, ਖਰਚੇ ਵੱਧ ਗਏ ਆ, ਮੁਨਾਫਾ ਘਟ ਗਿਆ, ਜਿਹਦੇ ਕਰਕੇ ਬੰਦਾ ਪਰੇਸ਼ਾਨੀ ਦੇ ਆਲਮ ਦੇ ਵਿੱਚ ਖੁਦਕੁਸ਼ੀ ਦੇ ਰਾਹ ਪੈ ਜਾਂਦਾ ਹੈ। ਹਾਲਾਂਕਿ ਅਸੀਂ ਖੁਦਕੁਸ਼ੀ ਦੇ ਹੱਕ ਦੇ ਵਿੱਚ ਨਹੀਂ, ਸਭ ਨੂੰ ਜਜ਼ਬੇ ਦੇ ਨਾਲ ਜਿਉਣਾ ਚਾਹੀਦਾ। ਜੇਕਰ ਅਸੀਂ ਕਹਿੰਦੇ ਆ ਕਿ ਦਿਨ ਇਹ ਨਹੀਂ ਤਾਂ ਦਿਨ ਉਹ ਵੀ ਨਹੀਂ ਰਹਿਣੇ, ਤਾਂ ਫਿਰ ਕੀ ਪਤਾ ਕੱਲ੍ਹ ਨੂੰ ਚੰਗੇ ਦਿਨ ਹੀ ਆ ਜਾਣ। ਪਰ ਪਤਾ ਨਹੀਂ ਬੰਦੇ ਦੇ ਮਨ ਦੇ ਉੱਤੇ ਉਦੋਂ ਕੀ ਬੀਤਦੀ ਹੋਊਗੀ, ਜਿਹਦੇ ਕਰਕੇ ਖੁਦਕੁਸ਼ੀ ਦੇ ਰਾਹ ਪੈ ਜਾਂਦਾ, ਜਿਹਦੇ ਕਰਕੇ ਜਿਉਣ ਦੇ ਨਾਲੋਂ ਉਹਨੂੰ ਮਰਨਾ ਠੀਕ ਲੱਗਦਾ। ਪਰ ਅਸੀਂ ਚਾਹੁੰਦੇ ਹਾਂ ਕਿ ਸਾਰੇ ਜ਼ਿੰਦਾਬਾਦ ਰਹਿਣ। ਪਰ ਸਵਾਲ ਇਹ ਪੈਦਾ ਹੁੰਦਾ ਕਿ ਬਾਲੀਵੁੱਡ ਤੇ ਪੋਲੀਵੁੱਡ ਦੇ ਉਹ ਕਲਾਕਾਰ ਜਿਨ੍ਹਾਂ ਨੂੰ ਅਸੀਂ ਲਗਜ਼ਰੀ ਜ਼ਿੰਦਗੀ ਬਤੀਤ ਕਰਦੇ ਵੇਖਦੇ ਹਾਂ, ਜਿਨ੍ਹਾਂ ਨੂੰ ਅਸੀਂ ਫਿਲਮੀ ਪਰਦੇ ਦੇ ਉੱਤੇ ਦੇਖਦੇ ਹਾਂ ਜੀ ਕਿ ਮਹਿੰਗੀਆਂ ਗੱਡੀਆਂ ਦੇ ਇਹ ਸ਼ੌਕੀਨ ਵੀ ਆ ਤੇ ਇਹਨਾਂ ਦੇ ਕੋਲ ਸਮਰੱਥਾ ਵੀ ਹੈ, ਜਿਨ੍ਹਾਂ ਨੂੰ ਅਸੀਂ ਦੇਖਦੇ ਹਾਂ ਮੁਹੱਬਤ ਦੇ ਪ੍ਰਸੰਗ ਰਚਾਉਂਦੇ ਆ, ਜਿਨ੍ਹਾਂ ਨੂੰ ਅਸੀਂ ਦੇਖਦੇ ਹਾਂ ਹੈਲੀਕਾਪਟਰ ਝੂਟਦੇ ਆ, ਜਿਨ੍ਹਾਂ ਨੂੰ ਮਹਿੰਗੇ ਬੰਗਲਿਆਂ ਦੇ ਵਿੱਚ ਦੇਖਦੇ ਹਾਂ, ਜਿਨ੍ਹਾਂ ਨੂੰ ਅਸੀਂ ਬਹੁਤ ਵੱਡੀ ਵੇਸ਼ਭੂਸ਼ਾ ਦੇ ਵਿੱਚ ਦੇਖਦੇ ਹਾਂ, ਉਹ ਲੋਕ ਕਿਹੜੀ ਗੱਲੋਂ ਖੁਦਕੁਸ਼ੀ ਕਰ ਲੈਂਦੇ ਆ? ਹੁਣ ਜਿਹੜੇ ਮਨੋਚਿਕਿਤਸਕ ਆ, ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਜੀ ਕਿ ਉਹ ਇਹਨਾਂ ਮਾਮਲਿਆਂ ਦੇ ਕਿਸੇ ਦੀ ਮਾਨਸਿਕਤਾ ਨੂੰ ਜਾਣਨ ਦੇ ਜਾਂ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਸਮਝਾਉਣ ਦੇ ਡਾਕਟਰੀ ਇਲਾਜ ਦੇ ਮਾਹਰ ਆ, ਉਹਨਾਂ ਦਾ ਇਹ ਕਹਿਣਾ ਕਿ ਜੋ ਕੁਝ ਅਸੀਂ ਛੋਟੇ ਤੇ ਵੱਡੇ ਪਰਦੇ ਦੇ ਉੱਤੇ ਚਮਕਦਾਰ ਦੇਖਦੇ ਹਾਂ, ਜ਼ਾਤੀ ਜ਼ਿੰਦਗੀ ਦੇ ਵਿੱਚ ਬੰਦਾ ਉਸੇ ਰੂਪ ਦੇ ਵਿੱਚ ਹੋਵੇ, ਇਹ ਗੱਲ ਜ਼ਰੂਰੀ ਨਹੀਂ ਆ। ਕਿਉਂਕਿ ਜਦੋਂ ਤੁਸੀਂ ਵੱਡੇ ਜਾਂ ਛੋਟੇ ਪਰਦੇ ਦੇ ਉੱਤੇ ਆਉਂਦੇ ਆ, ਮਕਬੂਲ ਹੁੰਦੇ ਆ, ਤੁਹਾਡੀ ਆਰਥਿਕਤਾ ਨਿੱਜੀ ਵੀ ਉਵੇਂ ਹੋਵੇ, ਤੁਹਾਡੀ ਬੈਂਕ 'ਚ ਵੀ ਉਵੇਂ ਪੈਸੇ ਹੋਣ ਜਿਵੇਂ ਕਿ ਪਰਦੇ ਦੇ ਉੱਤੇ ਦਿਸ ਰਹੇ ਹੋ, ਇਹ ਗੱਲ ਜ਼ਰੂਰੀ ਨਹੀਂ ਆ। ਦੂਜੀ ਵੱਡੀ ਗੱਲ ਇਹ ਹੈ ਕਿ ਜਿਹੜਾ ਕਲਾਕਾਰ ਤੁਹਾਨੂੰ ਪਰਦੇ ਦੇ ਉੱਤੇ ਹੱਸਦਾ ਦਿਸਦਾ, ਮੁਹੱਬਤ ਕਰਦਾ ਦਿਸਦਾ, ਜਿਹੜਾ ਲੜਦਾ ਦਿਸਦਾ, ਜਿਹੜਾ ਬਹੁਤ ਜਾਂਬਾਜ਼ ਦਿਸਦਾ, ਉਹ ਜ਼ਾਤੀ ਜ਼ਿੰਦਗੀ ਦੇ ਵਿੱਚ ਵੀ ਉਵੇਂ ਹੋਵੇ ਜ਼ਰੂਰੀ ਨਹੀਂ। ਉਹ ਹੋ ਸਕਦਾ ਅੰਦਰੋਂ ਬਹੁਤ ਟੁੱਟਿਆ ਪਿਆ ਹੋਵੇ, ਹੋ ਸਕਦਾ ਉਹਦੇ ਅੰਦਰ ਇੱਕ ਧੂਣੀ ਧੁਖਦੀ ਹੋਵੇ ਕਿਸੇ ਵੀ ਗੱਲ ਦੀ, ਕੱਲ੍ਹ ਨੂੰ ਉਹੀ ਧੂਣੀ ਭਾਂਬੜ ਬਣ ਜਾਂਦੀ ਹੈ ਤੇ ਉਹਨੂੰ ਵਿੱਚ ਲੈ ਬਹਿੰਦੀ ਆ ਉਹ। ਇਸ ਕਰਕੇ ਜਿਹੜੇ ਬਾਲੀਵੁੱਡ ਦੇ ਕਲਾਕਾਰ ਆ, ਉਹ ਲਗਾਤਾਰ ਆਰਥਿਕਤਾ ਦੇ ਕਰਕੇ ਤੇ ਸਮਾਜਿਕਤਾ ਦੇ ਕਰਕੇ ਤੇ ਖਾਸ ਕਰਕੇ ਪਰਿਵਾਰਕ ਕਾਰਨਾਂ ਦੇ ਕਰਕੇ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਆ। ਇੱਕ ਨਹੀਂ ਦੋ ਨਹੀਂ, ਇਸ 2020 ਵਰ੍ਹੇ ਦੇ ਵਿੱਚ ਤਾਂ ਕਈ ਦਰਜਨ ਕਲਾਕਾਰ ਆ ਜਿਹੜੇ ਉਹ ਹੁਣ ਤੱਕ ਖੁਦਕੁਸ਼ੀ ਕਰ ਗਏ ਆ। ਦੁੱਖ ਹੁੰਦਾ ਇਹਨਾਂ ਗੱਲਾਂ ਦੇ ਉੱਤੇ। ਕਹਿਣ ਦਾ ਭਾਵ ਇਹ ਹੈ ਕਿ ਅਸੀਂ ਜਿਹੜੇ ਸਧਾਰਨ ਦਰਸ਼ਕ ਹਾਂ, ਉਹਨਾਂ ਨੇ ਮਨ ਦੇ ਵਿੱਚ ਇੱਕ ਹੋਰ ਤਸਵੀਰ ਬਣਾਈ ਹੁੰਦੀ ਹੈ ਕਿ ਆਹ ਬੰਦਾ ਤਾਂ ਸਿਖਰ ਦੇ ਉੱਤੇ ਆ, ਕਰੋੜਪਤੀ ਅਰਬਪਤੀ ਹੋਣਾ। ਹੋ ਸਕਦਾ ਉਹਦੇ ਝੁੱਗੇ ਦੇ ਵਿੱਚ ਚਾਰ ਛਿਲੜ ਵੀ ਨਾ ਹੋਣ, ਇਸ ਕਰਕੇ ਹੋ ਸਕਦਾ ਟੁੱਟਿਆ ਪਿਆ ਹੋਵੇ, ਉਹਨੂੰ ਜੋ ਤੁਸੀਂ ਉੱਥੇ ਪ੍ਰਭਾਵ ਦੇਖਦੇ ਹੋ ਘਰ ਦੇ ਵਿੱਚ ਉਹਨਾਂ ਪਿਆਰ ਨਾ ਮਿਲਦਾ ਹੋਵੇ। ਸੋ ਬਹੁਤ ਸਾਰੇ ਕਾਰਨ ਆ ਜਿਹਦੇ ਕਰਕੇ ਬੰਦਾ ਮੌਤ ਦੀ ਬੁੱਕਲ ਦੇ ਵਿੱਚ ਚਲਾ ਜਾਂਦਾ। ਪਰ ਫਿਰ ਜ਼ਿੰਦਗੀ ਜ਼ਿੰਦਾਬਾਦ ਰਹਿਣੀ ਚਾਹੀਦੀ ਹੈ। ਹਰ ਇੱਕ ਨੂੰ ਜਜ਼ਬੇ ਨਾਲ ਜਿਉਣਾ ਚਾਹੀਦਾ, ਮੁਸ਼ਕਿਲ ਹਾਲਾਤ ਨਾਲ ਮੱਥਾ ਲਾਉਣਾ ਚਾਹੀਦਾ। ਜੇ ਅੱਜ ਦਿਨ ਮਾੜੇ ਆ ਤਾਂ ਚੰਗੇ ਵੀ ਆਉਣੇ ਆ, ਤੇ ਜਿਹਦੇ ਉੱਤੇ ਚੰਗੇ ਦਿਨ ਆ ਉਹਦੇ ਉੱਤੇ ਕੱਲ੍ਹ ਨੂੰ ਮਾੜੇ ਵੀ ਆਉਣੇ ਆ। ਮਾਨਸਿਕ ਤੌਰ ਦੇ ਉੱਤੇ ਤਿਆਰ ਰਹਿਣਾ ਚਾਹੀਦਾ।
ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਦੇ ਬਾਬਤ ਚਰਚਾ ਚੱਲੀ ਕਿ ਉਹ ਪੰਜਾਬ ਕੈਬਨਿਟ ਦੇ ਵਿੱਚ ਸ਼ਾਮਲ ਹੋ ਸਕਦੇ ਆ। ਸ਼ਾਇਦ ਹੋਣ ਜਾਂ ਨਾ ਹੋਣ, ਇਹ ਤਾਂ ਬਾਅਦ ਦੀਆਂ ਗੱਲਾਂ, ਕਿਉਂਕਿ ਸਿੱਧੂ ਦੇ ਮੁਤਲਕ ਬਹੁਤ ਸਾਰੀਆਂ ਖਬਰਾਂ ਆਉਂਦੀਆਂ। ਪਰ ਇਨੀ ਦਿਨੀ ਇੱਕ ਹੋਰ ਖਬਰ ਚਰਚਾ ਦੇ ਵਿੱਚ ਹੈ, ਕਿਉਂਕਿ ਕਪਿਲ ਸ਼ਰਮਾ ਪਿਛਲੇ ਦਿਨੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਗਏ। ਉਹਨਾਂ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਵਿੱਚ ਜਾਇਆ ਗਿਆ। ਉਹਨਾਂ ਨੇ ਉੱਥੇ ਜਾ ਕੇ ਗਲਵੱਕੜੀ ਦੀ ਸਾਂਝ ਵੀ ਪਾਈ ਹੈ ਅਤੇ ਪ੍ਰਸ਼ਾਦਾ ਵੀ ਛਕਿਆ। ਉਸ ਤੋਂ ਬਾਅਦ ਚਰਚਾ ਇਸ ਗੱਲ ਦੀ ਚੱਲ ਪਈ ਹੈ ਕਿ ਨਵਜੋਤ ਸਿੰਘ ਸਿੱਧੂ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਫਿਰ ਵੱਡੇ ਸੋਫੇ ਦੇ ਉੱਤੇ ਬੈਠ ਕੇ ਤੇ ਸ਼ੇਅਰ ਵੀ ਮਾਰਨਗੇ ਅਤੇ ਉਹਨਾਂ ਦੇ ਵੱਲੋਂ ਹਾਸਾ ਠੱਠਾ ਵੀ ਕੀਤਾ ਜਾਊਗਾ ਅਤੇ ਉਹਨਾਂ ਦੇ ਵੱਲੋਂ ਚੁਟਕਲੇ ਚਟਕਲੇ ਵੀ ਸੁਣਾਏ ਜਾਣਗੇ। ਇਹ ਵੱਖਰੀ ਗੱਲ ਹੈ ਕਿ ਹਾਲੇ ਤੱਕ ਅਧਿਕਾਰਤ ਤੌਰ ਦੇ ਉੱਤੇ ਪੁਸ਼ਟੀ ਨਹੀਂ ਹੋਈ, ਪਰ ਇਸ ਗੱਲ ਨੂੰ ਲਗਾਤਾਰ ਬਲ ਮਿਲ ਰਿਹਾ ਕਿ ਅਰਚਨਾ ਪੂਰਨ ਸਿੰਘ ਨੂੰ ਇੱਕ ਪਾਸੇ ਕੀਤਾ ਜਾ ਰਿਹਾ। ਕਾਫੀ ਲੰਮੇ ਸਮੇਂ ਬਾਅਦ ਚੁੱਪ ਸ਼ਾਇਦ ਤੋੜ ਸਕਦੇ ਨਵਜੋਤ ਸਿੰਘ ਸਿੱਧੂ। ਜੇ ਪੰਜਾਬ ਦੇ ਵਿੱਚ ਨਹੀਂ ਤਾਂ ਹੋ ਸਕਦਾ ਉੱਥੇ ਜਾ ਕੇ ਵੱਡੇ ਜਾਂ ਛੋਟੇ ਪਰਦੇ ਦੇ ਉੱਤੇ ਤੋੜ ਦੇਣ। ਪਰ ਨਵਜੋਤ ਸਿੰਘ ਸਿੱਧੂ ਦੇ ਮੁਤਲਕ ਇਸ ਕਿਸਮ ਦੀ ਚਰਚਾ ਜ਼ਰੂਰ ਚੱਲ ਰਹੀ ਹੈ। ਜਦੋਂ ਭਾਰਤ ਦੀ ਵੰਡ ਨਹੀਂ ਸੀ ਹੋਈ 1947 ਤੋਂ ਪਹਿਲਾਂ, ਤਾਂ ਉਦੋਂ ਸਾਡੀ ਆਰਥਿਕਤਾ, ਸਾਡੀ ਸਮਾਜਿਕਤਾ, ਸਾਡਾ ਸੱਭਿਆਚਾਰ ਹੋਰ ਤਰ੍ਹਾਂ ਦਾ ਸੀ। ਬੇਸ਼ੱਕ ਅੱਜ ਵੀ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਬਹੁਤ ਵੱਡੀ ਲਕੀਰ ਖਿੱਚੀ ਹੋਈ ਹੈ, ਸਰਹੱਦ ਬਣ ਗਈ ਹੈ, ਪਰ ਗੱਲ ਫਿਰ ਉੱਥੇ ਆ ਕੇ ਮੁੱਕਦੀ ਹੈ ਜੀ ਕਿ ਸਾਡਾ ਸੱਭਿਆਚਾਰ, ਸਾਡੇ ਰਿਸ਼ਤੇ ਨਾਤੇ ਸਾਂਝੇ ਆ। ਇੱਧਰਲੇ ਉੱਧਰ ਤੇ ਉੱਧਰਲੇ ਇੱਧਰ ਆਉਣ ਦੇ ਚਾਹਵਾਨ ਆ, ਪਰ 95% ਲੋਕ ਚਾਹਵਾਨ ਆ। 5% ਰਾਜਨੀਤਿਕ ਲੋਕਾਂ ਨੇ ਇਹੋ ਜਿਹੀ ਕੜੀ ਘੋਲੀ ਆ, ਮਾੜੀ ਸੋਚ ਵਾਲਿਆਂ ਨੇ, ਕਿ ਉਹਨਾਂ ਨੇ ਸਭ ਦੀਆਂ ਉਮੀਦਾਂ ਦੇ ਉੱਤੇ ਵਧਾਣੀ ਸੱਟ ਮਾਰੀ ਹੈ। ਪਰ ਹੁਣ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਜਿਹੜੇ ਭਾਰਤ ਦੇ ਦੋ ਮਹਾਨ ਵੱਡੇ ਕਲਾਕਾਰ ਆ, ਰਾਜ ਕਪੂਰ ਸਾਹਿਬ ਤੇ ਦਲੀਪ ਕੁਮਾਰ ਸਾਹਿਬ, ਇਹਨਾਂ ਦਾ ਪਿੱਛਾ ਕਿਉਂਕਿ ਪਾਕਿਸਤਾਨ ਦੇ ਨਾਲ ਜੁੜਿਆ ਹੋਇਆ ਪਿਸ਼ਾਵਰ ਦੇ ਵੱਲ, ਖੈਬਰ ਪਖਤੂਨਖਵਾ ਖੇਤਰ ਦੇ ਵੱਲ, ਇਸ ਕਰਕੇ ਜਿਹੜੀਆਂ ਇਹਨਾਂ ਦੀਆਂ ਉੱਥੋਂ ਦੀਆਂ ਜੱਦੀ ਕੋਠੀਆਂ, ਜਿਹੜੇ ਬੰਗਲੇ ਕਹਿ ਲਈਏ ਜਾਂ ਘਰ ਕਹਿ ਲਈਏ, ਉਹਨਾਂ ਦੀ ਹਾਲਤ ਖੰਡਰ ਵਰਗੀ ਬਣਦੀ ਜਾ ਰਹੀ ਸੀ। ਕੁਝ ਕੁ ਸਮਾਂ ਪਹਿਲਾਂ ਖਬਰ ਆਈ ਸੀ ਕਿ ਰਾਜ ਕਪੂਰ ਦੀ ਜਿਹੜੀ ਜੱਦੀ ਹਵੇਲੀ ਹੈ ਉਹਨੂੰ ਵੇਚਣ ਦੀ ਤਿਆਰੀ ਚੱਲ ਰਹੀ ਹੈ। ਬਾਅਦ ਦੇ ਵਿੱਚ ਭਾਰਤ ਦੇ ਵੱਲੋਂ ਵੀ ਉੱਧਰ ਖਬਰਾਂ ਗਈਆਂ, ਉੱਥੋਂ ਦੀ ਪਾਕਿਸਤਾਨ ਦੀ ਸਰਕਾਰ ਤੇ ਪੁਰਾਤਤਵ ਵਿਭਾਗ ਨੇ ਵੀ ਇਸ ਮੁਤਲਕ ਸੋਚਿਆ ਤੇ ਪਤਾ ਲੱਗਾ ਕਿ ਰਾਜ ਕਪੂਰ ਦੀ ਖੰਡਰ ਬਣਦੀ ਜਾ ਰਹੀ ਹਵੇਲੀ ਨੂੰ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ, ਉੱਥੋਂ ਦੇ ਸੰਬੰਧਿਤ ਵਿਭਾਗ ਦੇ ਵੱਲੋਂ ਹੁਣ ਅਜਾਇਬ ਘਰ ਦੇ ਤੌਰ ਦੇ ਉੱਤੇ ਤਿਆਰ ਕੀਤਾ ਜਾ ਰਿਹਾ। ਤੇ ਇਹ ਇੱਕ ਚੰਗੀ ਗੱਲ ਹੈ ਕਿ ਜਿਹੜੇ ਸਾਡੇ ਇੱਧਰ ਦੇ ਭਾਰਤ ਦੇ ਮਸ਼ਹੂਰ ਮਹਾਨ ਕਲਾਕਾਰ ਆ, ਉਹਨਾਂ ਦੀਆਂ ਜੱਦੀ ਜਾਇਦਾਦਾਂ ਨੂੰ ਪਾਕਿਸਤਾਨ ਦੇ ਵਿੱਚ ਅਜਾਇਬ ਘਰ ਦੇ ਤੌਰ ਦੇ ਉੱਤੇ ਵਿਕਸਿਤ ਕੀਤਾ ਜਾ ਰਿਹਾ। ਹੁਣ ਦਲੀਪ ਕੁਮਾਰ ਸਾਹਿਬ ਦੇ ਘਰ ਦੀ ਗੱਲ ਕਰਦੇ ਹਾਂ, ਉਹ ਵੀ ਪਿਸ਼ਾਵਰ ਦੇ ਨਾਲ ਸੰਬੰਧਿਤ ਹੈ ਪਿੱਛਾ ਉਹਨਾਂ ਦਾ, ਤੇ ਉਹਨਾਂ ਦਾ ਜਿਹੜਾ ਘਰ ਆ ਉਹ ਬੜਾ ਛੋਟਾ ਜਿਹਾ ਤੇ ਇੱਕ ਛੋਟੀ ਗਲੀ ਦੇ ਵਿੱਚ ਹੈ। ਉਹਦੇ ਬੂਹੇ ਟੁੱਟੇ ਹੋਏ ਆ, ਉਹਦੀਆਂ ਕੰਧਾਂ ਢਹਿ ਰਹੀਆਂ, ਤੇ ਹੁਣ ਲੋਕਾਂ ਦੀ ਮੰਗ ਆ ਕਿ ਦਲੀਪ ਕੁਮਾਰ ਸਾਹਿਬ ਦੇ ਜੱਦੀ ਘਰ ਦਾ ਵੀ ਤੁਸੀਂ ਅਜਾਇਬ ਘਰ ਦੇ ਤੌਰ ਦੇ ਉੱਤੇ ਨਿਰਮਾਣ ਕਰੋ। ਹੁਣ ਇਹ ਵਕਤ ਦੱਸੂਗਾ ਕਿ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ, ਉੱਥੋਂ ਦੇ ਸੱਭਿਆਚਾਰਕ ਵਿਭਾਗ ਦੇ ਵੱਲੋਂ, ਉੱਥੋਂ ਦੇ ਪੁਰਾਤਤਵ ਵਿਭਾਗ ਦੇ ਵੱਲੋਂ ਇਹ ਕੁਝ ਕੀਤਾ ਜਾਂਦਾ ਜਾਂ ਨਹੀਂ। ਪਰ ਰਾਜ ਕਪੂਰ ਸਾਹਿਬ ਦੀ ਹਵੇਲੀ ਨੂੰ ਅਜਾਇਬ ਘਰ ਦਾ ਦਰਜਾ ਦਿੱਤਾ ਜਾ ਚੁੱਕਿਆ ਤੇ ਦਲੀਪ ਕੁਮਾਰ ਸਾਹਿਬ ਦੇ ਜਿਹੜੇ ਘਰ ਨੂੰ ਅਜਾਇਬ ਘਰ ਦਾ ਦਰਜਾ ਦਿਵਾਉਣ ਦੀ ਮੰਗ ਚੱਲ ਰਹੀ ਹੈ। ਕੁਲਦੀਪ ਮਾਣਕ ਦਾ ਨਾਮ ਪੰਜਾਬੀ ਗਾਇਕੀ ਦੇ ਵਿੱਚ ਬਹੁਤ ਵੱਡਾ ਸੀ, ਹੈ ਤੇ ਭਵਿੱਖ ਦੇ ਵਿੱਚ ਵੀ ਰਹਿਣਾ। ਪਰ ਪਿਛਲੇ ਕੁਝ ਕੁ ਸਮੇਂ ਤੋਂ ਕੁਝ ਕੁ ਵਿਵਾਦ ਚੱਲ ਰਹੇ ਆ, ਕਿਉਂਕਿ ਹਸਨ ਮਾਣਕ ਨਾਂ ਦਾ ਇੱਕ ਮੁੰਡਾ ਆਇਆ ਪੰਜਾਬੀ ਗਾਇਕੀ ਦੇ ਵਿੱਚ। ਉਹਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਕੁਲਦੀਪ ਮਾਣਕ ਸਾਹਿਬ ਦਾ ਦੋਤਾ, ਉਹ ਮੇਰੇ ਨਾਨਾ ਜੀ ਆ ਰਿਸ਼ਤੇ ਦੇ ਵਿੱਚ। ਫਿਰ ਉਹਦੇ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਮੈਨੂੰ ਕੁਝ ਕੁ ਸਮੇਂ ਤੋਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ, ਮੈਨੂੰ ਕੁਲਦੀਪ ਮਾਣਕ ਸਾਹਿਬ ਦੇ ਨਾਲ ਸੰਬੰਧਿਤ ਮੇਲਿਆਂ ਦੇ ਵਿੱਚੋਂ ਵੀ ਪਰੇ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਸਨ ਮਾਣਕ ਦੀ ਆਵਾਜ਼ ਮਾਣਕ ਸਾਹਿਬ ਵਰਗੀ ਹੈ, ਹਸਨ ਮਾਣਕ ਦੀ ਤੋਰ ਕੁਲਦੀਪ ਮਾਣਕ ਵਰਗੀ ਆ, ਹਸਨ ਮਾਣਕ ਦਾ ਬੋਲਣਾ, ਉਹਦਾ ਅੰਦਾਜ਼ ਬਿਲਕੁਲ ਕੁਲਦੀਪ ਮਾਣਕ ਵਰਗਾ, ਵੇਸ਼-ਭੂਸ਼ਾ ਬਿਲਕੁਲ ਕੁਲਦੀਪ ਮਾਣਕ ਵਰਗੀ ਹੈ। ਇਸ ਗੱਲ ਦੇ ਉੱਤੇ ਕਈਆਂ ਨੂੰ ਚੰਗਾ ਵੀ ਲੱਗਦਾ, ਸ਼ਾਇਦ ਕਈਆਂ ਨੂੰ ਮਾੜਾ ਵੀ ਲੱਗਦਾ ਹੋਵੇ। ਪਰ ਜਿਹੜੇ ਦੋਸ਼ਾਂ ਦਾ ਸਿਲਸਿਲਾ ਹਸਨ ਮਾਣਕ ਦੇ ਵੱਲੋਂ ਸ਼ੁਰੂ ਕੀਤਾ ਗਿਆ ਪਿਛਲੇ ਕੁਝ ਕੁ ਸਮੇਂ ਦੇ ਵਿੱਚ, ਉਹਦੇ ਮੁਤਲਕ ਕੁਲਦੀਪ ਮਾਣਕ ਸਾਹਿਬ ਦੀ ਸਕੀ ਧੀ, ਸਕਾ ਸ਼ਬਦ ਤਾਂ ਵਰਤਣਾ ਪੈਂਦਾ ਕਿਉਂਕਿ ਅੱਜ ਕੱਲ੍ਹ ਇਸੇ ਗੱਲ ਦਾ ਵਿਵਾਦ ਚੱਲ ਰਿਹਾ ਕਿ ਇਹ ਸਕਾ ਦੋਤਾ ਨਹੀਂ, ਆ ਸਕਾ ਆ ਨਹੀਂ, ਆ ਸਕਾ ਰਿਸ਼ਤੇ ਦੇ ਵਿੱਚ ਆ ਨਹੀਂ। ਪਰ ਸਕੀ ਧੀ ਸ਼ਕਤੀ ਮਾਣਕ ਦੇ ਵੱਲੋਂ ਕਈ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਹਸਨ ਮਾਣਕ ਸਕਾ ਦੋਤਾ ਨਹੀਂ ਹੈ, ਯਾਨੀ ਕਿ ਹਸਨ ਮਾਣਕ ਦੇ ਸਕੇ ਨਾਨਾ ਜੀ ਨਹੀਂ ਹੈਗੇ ਕੁਲਦੀਪ ਮਾਣਕ ਹੋਰੀ, ਪਰ ਰਿਸ਼ਤੇ ਦੇ ਵਿੱਚ ਹੈਗੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ। ਪਰ ਉਹਨਾਂ ਨੇ ਇਹ ਵੀ ਸਵਾਲ ਕੀਤਾ ਕਿ ਹਸਨ ਖਾਨ ਤੋਂ ਹਸਨ ਮਾਣਕ ਕਿਉਂ ਬਣੇ, ਇਹ ਵੀ ਸਵਾਲ ਹੈ। ਕੋਈ ਇਹਨਾਂ ਨੂੰ ਧਮਕੀ ਨਹੀਂ ਦੇ ਰਿਹਾ। ਜੈਜ਼ੀ ਬੀ ਦੇ ਵੱਲੋਂ ਸਾਡੇ ਟੱਬਰ ਦੀ ਬਹੁਤ ਮਦਦ ਕੀਤੀ ਗਈ ਹੈ ਤੇ ਜਾਣ ਬੁੱਝ ਕੇ ਸਾਡੇ ਟੱਬਰ ਨੂੰ, ਯਾਨੀ ਕਿ ਕੁਲਦੀਪ ਮਾਣਕ ਸਾਹਿਬ ਦੇ ਨਾਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਖੱਟੀ ਖੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਭ ਦੇ ਆਪੋ ਆਪਣੇ ਵਿਚਾਰ ਆ, ਪਰ ਸ਼ਕਤੀ ਮਾਣਕ ਦੇ ਵੱਲੋਂ ਇਹ ਸਾਰਾ ਕੁਝ ਉਸ ਵਕਤ ਕਿਹਾ ਗਿਆ ਜਦੋਂ ਪਿਛਲੇ ਕੁਝ ਕੁ ਹਫ਼ਤਿਆਂ ਤੋਂ ਲਗਾਤਾਰ ਕੁਲਦੀਪ ਮਾਣਕ ਦੇ ਨਾਂ ਦੀ ਚਰਚਾ ਹਸਨ ਮਾਣਕ ਦੇ ਨਾਂ ਦੇ ਕਰਕੇ ਇੱਕ ਵਾਰ ਫੇਰ ਹੋ ਰਹੀ ਹੈ, ਜਾਂ ਕਹਿ ਦਈਏ ਵੀ ਕੁਲਦੀਪ ਮਾਣਕ ਸਾਹਿਬ ਦੇ ਨਾਂ ਨੂੰ ਵਰਤਣ ਦੇ ਕਰਕੇ ਹਸਨ ਮਾਣਕ ਦੇ ਨਾਂ ਦੀ ਚਰਚਾ ਸ਼ੁਰੂ ਹੋ ਗਈ ਹੈ। ਇਹ ਜਿਹੜੀ ਆਲੋਚਨਾ ਜਾਂ ਇਹ ਜਿਹੜਾ ਵਿਵਾਦ ਹੈ, ਇਹ ਕਿੱਥੇ ਜਾ ਕੇ ਮੁੱਕਦਾ ਵਕਤ ਦੱਸੂਗਾ। ਪਰ ਜ਼ਰੂਰਤ ਇਸ ਗੱਲ ਦੀ ਹੈ ਕਿ ਹਰ ਕੋਈ ਆਪਣੀ ਗਾਇਕੀ ਦੇ ਨਾਲ, ਆਪਣੀ ਕਲਾ ਦੇ ਨਾਲ, ਆਪਣੀ ਮਿਹਨਤ ਦੇ ਨਾਲ, ਆਪਣੀ ਕਿਰਤ ਦੇ ਨਾਲ ਵੱਡਾ ਮੁਕਾਮ ਹਾਸਲ ਕਰੇ, ਨਾ ਕਿ ਕਿਸੇ ਵੀ ਤਰ੍ਹਾਂ ਦੇ ਵਿਵਾਦਾਂ ਦੇ ਵਿੱਚ ਪੈ ਕੇ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਅਗਲੇ ਹਫ਼ਤੇ ਮਨੋਰੰਜਕ ਦੁਨੀਆ ਤਹਿਤ ਕੁਝ ਹੋਰ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।